ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 11ਵੀਂ ਕਲਾਸ ਦੇ ਵਿਦਿਆਰਥੀਆਂ ਦਾ ਵਾਤਾਵਰਣ ਸਿੱਖਿਆ ਦੇ ਅੱਜ ਦੇ ਤੀਸਰੇ ਲੈਕਚਰ ਦੇ ਲਈ ਮੇਰੇ ਚੈਨਲ ਬਾਇਓ ਹੈਲਥ ਅਕੈਡਮੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੱਚੋ ਅਸੀਂ ਲੈਸਨ 4 ਜਿਹੜਾ ਉਹਦਾ ਅੱਜ ਤੀਸਰਾ ਲੈਕਚਰ ਤੇ ਪਹੁੰਚ ਗਏ ਹਾਂ ਅਸੀਂ। ਔਰ ਅਸੀਂ ਜਿਹੜਾ ਸਾਡਾ ਪ੍ਰੀਵੀਅਸ ਲੈਕਚਰ ਸੀਗਾ ਤਾਂ ਉਹਦੇ ਵਿੱਚ ਅਸੀਂ ਇਹ ਕਰ ਰਹੇ ਸੀਗੇ ਕਿ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕ ਕਿਹੜੇ-ਕਿਹੜੇ ਹਨ। ਆਪਾਂ ਪੜ੍ਹਿਆ ਗਰੀਬੀ, ਫਿਰ ਆਪਾਂ ਪੜ੍ਹਿਆ ਅਮੀਰੀ, ਫਿਰ ਉਸ ਤੋਂ ਬਾਅਦ ਸਿੱਖਿਆ, ਤੇ ਹੁਣ ਅੱਜ ਜਿਹੜਾ ਅਸੀਂ ਕਰਨਾ ਉਹ ਹੈ ਰੁਜ਼ਗਾਰ। ਰੁਜ਼ਗਾਰ ਦਾ ਕੀ ਮਤਲਬ ਹੁੰਦਾ ਹੈ? ਰੁਜ਼ਗਾਰ ਦਾ ਮਤਲਬ ਹੁੰਦਾ ਹੈ ਕਿ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਉਹਦੇ ਬਦਲੇ ਜਿਹੜਾ ਆਪਾਂ ਨੂੰ ਵੇਤਨ ਮਿਲਦਾ ਹੈ, ਠੀਕ ਹੈ, ਉਹਨੂੰ ਆਪਾਂ ਰੁਜ਼ਗਾਰ ਕਹਿੰਦੇ ਹਾਂ। ਹੁਣ ਰੁਜ਼ਗਾਰ ਜਿਹੜਾ ਉਹ ਸਵੈ ਰੁਜ਼ਗਾਰ ਵੀ ਹੋ ਸਕਦਾ ਕਿ ਅਸੀਂ ਆਪਣਾ ਕੋਈ ਕੰਮ ਕਾਰ ਕੀਤਾ ਹੋਇਆ, ਕੋਈ ਆਪਣਾ ਜਿਹੜਾ ਦੁਕਾਨ ਹੈ ਜਾਂ ਆਪਣੀ ਕੋਈ ਫੈਕਟਰੀ ਹੈ, ਤੇ ਨੌਕਰੀ ਵੀ ਹੁੰਦੀ ਹੈ ਕਿ ਜਿਹੜੀ ਅਸੀਂ ਦੂਸਰੇ ਦੇ ਕੋਲ ਕੰਮ ਜਿਹੜਾ ਲੈਂਦੇ ਹਾਂ। ਹੁਣ ਉਹ ਨੌਕਰੀ ਜਿਹੜੀ ਹੈ ਉਹ ਸਰਕਾਰੀ ਵੀ ਹੋ ਸਕਦੀ ਹੈ ਤੇ ਉਹ ਪ੍ਰਾਈਵੇਟ ਵੀ ਹੋ ਸਕਦੀ ਹੈ। ਪਰ ਜੋ ਵੀ ਹੋਏ ਤਾਂ ਰੁਜ਼ਗਾਰ ਦੇ ਵਿੱਚ ਅਸੀਂ ਜੋ ਵੀ ਕੰਮ ਕਰਦੇ ਹਾਂ, ਚਾਹੇ ਆਪਣਾ ਕਰਦੇ ਹਾਂ ਚਾਹੇ ਅਸੀਂ ਨੌਕਰੀ ਕਰਦੇ ਹਾਂ, ਸਾਨੂੰ ਪੈਸਾ ਮਿਲਦਾ ਹੈ ਤਾਂ ਕਿ ਅਸੀਂ ਆਪਣਾ ਜੀਵਨ ਨਿਰਵਾਹ ਜਿਹੜਾ ਉਹ ਬੜੇ ਅੱਛੇ ਤਰੀਕੇ ਦੇ ਨਾਲ ਕਰ ਸਕੀਏ, ਠੀਕ ਹੈ ਨਾ। ਇਹਨੂੰ ਰੁਜ਼ਗਾਰ ਕਹਿੰਦੇ ਆਪਾਂ। ਹੁਣ ਰੁਜ਼ਗਾਰ ਜਿਹੜਾ ਸਿਰਫ ਨਿਯੁਕਤ ਵਿਅਕਤੀ ਦੀ ਖੁਸ਼ਹਾਲੀ ਨੂੰ ਹੀ ਨਹੀਂ ਬਲਕਿ ਰਾਸ਼ਟਰ ਦੀ ਖੁਸ਼ਹਾਲੀ ਨੂੰ ਵੀ ਵਧਾਉਂਦਾ ਹੈ। ਇਹ ਗੱਲ ਜਿਹੜੀ ਹੈ ਹੁਣ ਮੇਨ ਹੈ ਕਿ ਸਾਡੀ ਜਿਹੜੀ ਖੁਸ਼ਹਾਲੀ ਹੈ ਉਹ ਤਾਂ ਹੋਏਗੀ, ਪਰ ਜਦੋਂ ਅਸੀਂ ਅੱਛਾ ਪੈਸਾ ਆਪਣਾ ਕਮਾਵਾਂਗੇ, ਆਪਣਾ ਜੀਵਨ ਨਿਰਵਾਹ ਜਿਹੜਾ ਅੱਛੀ ਤਰ੍ਹਾਂ ਕਰਾਂਗੇ ਤਾਂ ਅਸੀਂ ਖੁਸ਼ ਰਵਾਂਗੇ, ਤਾਂ ਅਸੀਂ ਆਪਣੇ ਦੇਸ਼ ਨੂੰ ਵੀ ਖੁਸ਼ਹਾਲੀ ਦੇਵਾਂਗੇ। ਦੂਸਰੇ ਪਾਸੇ ਬੇਰੁਜ਼ਗਾਰ ਲੋਕ ਜਿਹੜੇ ਹੈ ਉਹ ਆਪਣੇ ਪਰਿਵਾਰਾਂ ਤੇ ਰਾਸ਼ਟਰ ਦੇ ਉੱਪਰ ਬੋਝ ਬਣ ਜਾਂਦੇ ਹਨ, ਠੀਕ ਹੈ। ਸੋ ਉਹ ਪਰਿਵਾਰਾਂ ਦੇ ਉੱਤੇ ਔਰ ਆਪਣੇ ਰਾਸ਼ਟਰ ਦੇ ਉੱਤੇ ਬੋਝ ਬਣ ਜਾਂਦੇ ਹੈ। ਅਨੇਕਾਂ ਵਿਕਾਸਸ਼ੀਲ ਦੇਸ਼ ਵੱਧ ਵਸੋਂ ਅਤੇ ਸਿੱਖਿਆ ਵੀ ਦੀ ਅਣਹੋਂਦ ਦੇ ਕਾਰਨ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜਿਹੜੇ ਵਿਕਾਸਸ਼ੀਲ ਦੇਸ਼ ਸਾਡੇ ਵਰਗੇ ਜਿਹੜੇ ਹੈ ਤਾਂ ਉਹ ਕੀ ਹੈ, ਜ਼ਿਆਦਾ ਵਸੋਂ ਹੈ ਤੇ ਸਿੱਖਿਆ ਦੀ ਜਿਹੜੀ ਹੈ ਅਣਹੋਂਦ ਹੈ, ਤਾਂ ਉਹਦੇ ਕਰਕੇ ਬੇਰੁਜ਼ਗਾਰੀ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਤੇ ਲੋਕ ਜਿਹੜੇ ਹੈ ਫਿਰ ਉਹ ਨਾ ਤਾਂ ਬਹੁਤੇ ਤੰਦਰੁਸਤ ਹੁੰਦੇ ਆ, ਨਾ ਉਹ ਆਪਣੀ ਕੰਮ ਦੇ ਵਿੱਚ ਐਫੀਸ਼ੀਐਂਸੀ ਦਿਖਾ ਪਾਉਂਦੇ ਆ, ਨਾ ਉਹ ਖੁਸ਼ ਰਹਿ ਸਕਦੇ ਆ, ਤੇ ਨਾ ਹੀ ਫਿਰ ਦੇਸ਼ ਖੁਸ਼ ਰਹੇਗਾ। ਸੋ ਕਹਿਣ ਦਾ ਮਤਲਬ ਕਿ ਆਪਸ 'ਚ ਜੁੜੀਆਂ ਹੋਈਆਂ ਚੀਜ਼ਾਂ ਹੈ। ਉਸ ਤੋਂ ਬਾਅਦ ਹੈ ਫਿਰ ਅਗਲਾ ਜਿਹੜਾ ਸਾਡਾ ਬਾਲ ਮਜ਼ਦੂਰੀ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੇ ਦੇਸ਼ ਦੀ, ਬਾਲ ਮਜ਼ਦੂਰੀ। ਇਹਦਾ ਸੰਬੰਧ ਗਰੀਬੀ ਦੇ ਨਾਲ ਹੈ ਕਿ ਜਿਹੜੇ ਗਰੀਬ ਲੋਕ ਹੈ ਉਹ ਇਹ ਸੋਚਦੇ ਹੈ ਕਿ ਵੀ ਪੜ੍ਹੇ ਲਿਖੇ ਤਾਂ ਉਹ ਹੁੰਦੇ ਨਹੀਂ, ਇੰਨਾ ਸੋਚ ਨਹੀਂ ਸਕਦੇ, ਤਾਂ ਉਹ ਇਹ ਸੋਚਦੇ ਆ ਕਿ ਵੀ ਜਿੰਨੇ ਜ਼ਿਆਦਾ ਬੱਚੇ ਹੋਣਗੇ ਉਹਨੇ ਸਾਡੇ ਕੋਲ ਜ਼ਿਆਦਾ ਹੱਥ ਹੋਣਗੇ ਕਮਾਉਣ ਦੇ ਲਈ, ਠੀਕ ਹੈ ਨਾ। ਇਹੀ ਆਪਾਂ ਆਮ ਤੌਰ ਤੇ ਸੁਣਦੇ ਹੀ ਆਪਾਂ ਇਹ ਗੱਲਾਂ ਜਿਹੜੀਆਂ ਆਪਣੇ ਉਹਦੇ 'ਚ। ਤਾਂ ਫਿਰ ਇੱਦਾਂ ਦੇ ਬੱਚੇ ਜਿਹੜੇ ਹੈ ਉਹਨਾਂ ਨੂੰ ਲੋਕ ਜਿਹੜੇ ਹੈ ਉਹ ਜਦੋਂ ਬਾਹਰ ਇੱਦਾਂ ਕੰਮ ਦੇ ਲਈ ਨਿਕਲਦੇ ਹੈ ਤਾਂ ਉਹਨਾਂ ਨੂੰ ਫੈਕਟਰੀਆਂ ਵਾਲੇ ਜਾਂ ਢਾਬਿਆਂ ਵਾਲੇ ਕੋਈ ਵੀ ਜਿਹੜੇ ਆ ਆਪਣੇ ਕੋਲ ਰੱਖ ਲੈਂਦੇ ਹੈ। ਤੇ ਉਹਨਾਂ ਨੂੰ ਰੱਖਣ ਦਾ ਉਹਨਾਂ ਨੂੰ ਫਾਇਦਾ ਇਹ ਹੁੰਦਾ ਹੈ ਕਿ ਉਹ ਮਜ਼ਦੂਰੀ ਜ਼ਿਆਦਾ ਕਰਾਉਂਦੇ ਆ ਉਹਨਾਂ ਤੋਂ ਔਰ ਉਹਨਾਂ ਨੂੰ ਪੈਸੇ ਘੱਟ ਦਿੰਦੇ ਆ, ਠੀਕ ਹੈ। ਇੱਕ ਵੱਡਾ ਬੰਦਾ ਜਿਹੜਾ ਮਜ਼ਦੂਰੀ ਕਰੇਗਾ ਤਾਂ ਉਹ ਆਪਣਾ ਹੱਕ ਮੰਗੇਗਾ, ਬੱਚਾ ਜਿਹੜਾ ਵਿਚਾਰਾ ਡਰਦੇ ਜਿਹੜੇ ਉਹ ਮੰਗਦਾ ਵੀ ਨਹੀਂ ਹੈ। ਤਾਂ ਇਸ ਕਰਕੇ ਉਹਨਾਂ ਲੋਕਾਂ ਨੂੰ ਫਾਇਦਾ ਹੁੰਦਾ ਤੇ ਇਹ ਜਿਹੜੀ ਚੀਜ਼ ਹੈ ਫਿਰ ਉਹ ਬਾਲ ਮਜ਼ਦੂਰੀ ਦੇ ਰੂਪ ਦੇ ਵਿੱਚ ਅੱਗੇ ਚੱਲੀ ਜਾ ਰਹੀ ਹੈ ਔਰ ਇਹ ਸਾਡੀ ਸਮੱਸਿਆ ਬਣ ਗਈ ਹੋਈ ਹੈ। ਲੋਕ ਜਿਹੜੇ ਆ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਕੰਮ ਕਰਨ ਦੇ ਲਈ ਰੱਖ ਲੈਂਦੇ ਆ। ਤਾਂ ਬਹੁਤ ਸਾਰੇ ਦੇਸ਼ ਜਿਹੜੇ ਆ ਹੁਣ ਇਸ ਮਾੜੀ ਪ੍ਰਥਾ ਦੇ ਪ੍ਰਤੀ ਚਿੰਤਿਤ ਹਨ ਅਤੇ ਉਹਨਾਂ ਨੇ ਬਾਲ ਮਜ਼ਦੂਰੀ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ। ਸੰਯੁਕਤ ਦੇਸ਼ਾਂ ਦੇ ਵੱਲੋਂ ਬਾਲ ਮਜ਼ਦੂਰੀ ਤੇ ਮਜ਼ਦੂਰੀ ਸੰਬੰਧੀ ਹੋਰ ਸਰਗਰਮੀਆਂ ਉੱਪਰ ਨਿਗਾਹ ਰੱਖਣ ਦੇ ਲਈ ਇੱਕ ਅੰਤਰਰਾਸ਼ਟਰੀ ਮਜ਼ਦੂਰ ਸੰਘ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਵੀ ਬਣਾਈ ਹੋਈ ਹੈ, ਜਿਹੜੀ ਹਰ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਦੇਖਦੀ ਹੈ ਕਿ ਬੱਚੇ ਜਿਹੜੇ ਆ ਉਹ ਇੱਦਾਂ ਦੇ ਬਾਲ ਮਜ਼ਦੂਰੀ ਤੇ ਨਹੀਂ ਕਰਦੇ ਹੈਗੇ। ਸੋ ਇਹ ਤਾਂ ਹੋ ਗਈ ਬਾਲ ਮਜ਼ਦੂਰੀ। ਹੁਣ ਆਪਾਂ ਪਹੁੰਚੇ ਬਾਲ ਵਿਆਹ ਤੇ। ਇਹ ਵੀ ਇੱਕ ਬੁਰਾਈ ਹੈ ਕਿ ਲੋਕ ਜਿਹੜੇ ਆ ਸਿੱਖਿਆ ਦੀ ਅਣਹੋਂਦ ਦੇ ਵਿੱਚ ਕਹਿ ਲਓ ਕਿ ਸਿੱਖਿਆ ਦੀ ਘਾਟ ਦੇ ਕਾਰਨ ਆਪਣੇ ਬੱਚੇ ਜਿਹੜੇ ਆ ਉਹਨਾਂ ਦਾ ਛੋਟੇ ਉਮਰ ਦੇ ਵਿੱਚ ਹੀ ਵਿਆਹ ਕਰ ਦਿੰਦੇ ਆ ਔਰ ਛੋਟੀ ਉਮਰ 'ਚ ਵਿਆਹ ਨੂੰ ਹੀ ਆਪਾਂ ਬਾਲ ਵਿਆਹ ਕਹਿੰਦੇ ਆ। ਭਾਰਤ ਦੇ ਵਿੱਚ 70 ਤੋਂ 80 ਸਾਲ ਪਹਿਲਾਂ ਇਹ ਪ੍ਰਥਾ ਬਹੁਤ ਜ਼ਿਆਦਾ ਪ੍ਰਚਲਿਤ ਸੀ। ਅੱਜ ਵੀ ਕੁਝ ਭਾਈਚਾਰਿਆਂ ਦੇ ਵਿੱਚ ਇਹ ਪ੍ਰਚਲਿਤ ਹੈ, ਪਰ ਇਸ ਪ੍ਰਥਾ ਦੇ ਅਨੁਸਾਰ ਇੱਕ ਛੋਟੀ ਉਮਰ ਦੇ ਲੜਕੇ ਦੇ ਮਾਂ-ਬਾਪ ਇੱਕ ਛੋਟੀ ਉਮਰ ਦੀ ਲੜਕੀ ਨੂੰ ਪਸੰਦ ਕਰਦੇ ਹਨ ਅਤੇ ਉਹਨਾਂ ਦਾ ਵਿਆਹ ਕਰ ਦਿੰਦੇ ਆ। ਕੁੜੀ ਆਪਣੇ ਮਾਂ-ਬਾਪ ਦੇ ਕੋਲ ਹੀ ਰਹਿੰਦੀ ਹੈ ਜਦੋਂ ਤੱਕ ਉਹ ਮੁਟਿਆਰ ਨਹੀਂ ਹੋ ਜਾਂਦੀ। ਫਿਰ ਜਦੋਂ ਮੁਟਿਆਰ ਹੋ ਜਾਂਦੀ ਹੈ ਤਾਂ ਉਹਨੂੰ ਉਹਦੇ ਸਹੁਰੇ ਘਰ ਤੋਰ ਦਿੱਤਾ ਜਾਂਦਾ।
ਤਾਂ ਉੱਥੇ ਉਹ ਆਪਣਾ ਰਹਿੰਦੀ ਆ, ਆਪਣਾ ਅੱਗੇ ਪਰਿਵਾਰ ਜਿਹੜਾ ਉਹ ਬਣਾਉਂਦੀ ਹੈ। ਤਾਂ ਪਰ ਸਾਡੇ ਸਮਾਜ ਦੇ ਵਿੱਚ ਕੁਝ ਇੱਦਾਂ ਦੇ ਦਾਨੀ ਪੁਰਸ਼ ਹੋਏ ਹਨ ਜਿਨ੍ਹਾਂ ਨੇ ਇਸ ਪ੍ਰਥਾ ਦੇ ਵਿਰੁੱਧ ਆਪਣੀ ਆਵਾਜ਼ ਜਿਹੜੀ ਉਹ ਉਠਾਈ। ਰਾਜਾ ਰਾਮ ਮੋਹਨ ਰਾਏ ਦਾ ਨਾਮ ਤੁਸੀਂ ਸੁਣਿਆ ਹੋਣਾ ਸਾਰੇ ਬੱਚਿਆਂ ਨੇ, ਈਸ਼ਵਰ ਚੰਦਰ ਵਿਦਿਆਸਾਗਰ ਜੀ, ਸੋ ਜਿਹੇ ਕਈ ਵਿਚਾਰਕਾਂ ਨੇ ਇਸ ਪ੍ਰਥਾ ਨੂੰ ਸਮਾਜ ਲਈ ਇੱਕ ਸ਼ਰਾਪ ਸਮਝਿਆ। ਉਹਨਾਂ ਨੇ ਆਪਣੀ ਆਵਾਜ਼ ਉਠਾਈ ਅਤੇ ਲੋਕਾਂ ਨੂੰ ਅਜਿਹੇ ਬਾਲ ਵਿਆਹਾਂ ਦੇ ਵਿਰੁੱਧ ਜਾਗਰੂਕ ਕੀਤਾ। ਸਾਡੀ ਸਰਕਾਰ ਨੇ ਵੀ ਬਾਲ ਵਿਆਹ ਦੇ ਉੱਪਰ ਪਾਬੰਦੀ ਲਗਾਈ ਹੋਈ ਹੈ। ਹੁਣ ਇਸ ਨੂੰ ਇੱਕ ਅਪਰਾਧ ਸਮਝਿਆ ਜਾਂਦਾ ਹੈ ਅਤੇ ਇਹ ਸਜ਼ਾਯੋਗ ਹੈ। ਸਿੱਖਿਆ ਨੇ ਵੀ ਆਪਣਾ ਯੋਗਦਾਨ ਪਾਇਆ ਹੈ ਕਿਉਂਕਿ ਲੜਕੇ ਲੜਕੀਆਂ ਖੁਦ ਵੀ ਜਲਦੀ ਵਿਆਹ ਤੋਂ ਪਰਹੇਜ਼ ਕਰਦੇ ਹਨ। ਵਰਤਮਾਨ ਕਾਨੂੰਨ ਅਨੁਸਾਰ ਇੱਕ ਲੜਕੀ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਕਰਵਾ ਸਕਦੀ ਤੇ ਲੜਕਿਆਂ ਦੇ ਲਈ ਕਿੰਨੀ ਉਮਰ ਹੈ? 21 ਸਾਲ। ਠੀਕ ਹੈ ਨਾ। ਸੋ ਇਹ ਜਿਹੜਾ ਬਾਲ ਵਿਆਹ ਜਿਹੜਾ ਉਹ ਕਾਨੂੰਨੀ ਹੁਣ ਜੁਰਮ ਹੈ ਸਾਡੇ ਦੇਸ਼ ਦੇ ਵਿੱਚ ਵੀ। ਅੱਗੇ ਆਪਾਂ ਪਹੁੰਚੇ ਹੁਣ ਮਨੁੱਖੀ ਸਿਹਤ ਦੇ ਉੱਤੇ। ਮਨੁੱਖੀ ਸਿਹਤ ਜਿਹੜੀ ਹੈ ਸੋ ਉਹਦੇ ਲਈ ਉਹਦੇ ਬਾਰੇ ਆਪਾਂ ਵੈਸੇ ਕਾਫੀ ਪੜ੍ਹ ਚੁੱਕੇ ਹਾਂ, ਪਰ ਫਿਰ ਵੀ ਚਲੋ ਹੋਰ ਜਿਹੜਾ ਆਪਾਂ ਇਹਦੇ 'ਚ ਪੜ੍ਹਦੇ ਹਾਂ ਤਾਂ ਉਹ ਕੀ ਹੈ ਕਿ ਸਿਹਤ ਕਿਹਨੂੰ ਕਹਿੰਦੇ ਆਪਾਂ? ਜਦੋਂ ਕਿਸੇ ਵਿਅਕਤੀ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਮੁਸ਼ਕਿਲ ਨਾ ਹੋਵੇ, ਮਾਨਸਿਕ ਰੂਪ ਦੇ ਵਿੱਚ ਕੋਈ ਉਹਨੂੰ ਪ੍ਰੋਬਲਮ ਨਾ ਹੋਵੇ ਤੇ ਸਮਾਜਿਕ ਤੌਰ ਦੇ ਉੱਤੇ ਵੀ ਕੋਈ ਪ੍ਰੋਬਲਮ ਨਾ ਹੋਵੇ, ਅਰੋਗਤਾ ਹੋਵੇ ਮਤਲਬ, ਤਾਂ ਐਸੀ ਅਵਸਥਾ ਨੂੰ ਅਸੀਂ ਸਿਹਤ ਕਹਿੰਦੇ ਹਾਂ। ਠੀਕ ਹੈ। ਹੁਣ ਤੁਹਾਨੂੰ ਸਰੀਰਕ ਤਾਂ ਸਮਝ ਆ ਰਹੀ ਹੋਣੀ ਹੈ ਕਿ ਵੀ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ, ਮਾਨਸਿਕ ਰੂਪ ਦੇ ਵਿੱਚ ਕੋਈ ਬਿਮਾਰੀ ਨਹੀਂ ਹੈ, ਪਰ ਇਹ ਸਮਾਜਿਕ ਅਰੋਗਤਾ ਕੀ ਹੈ? ਠੀਕ ਹੈ। ਸੋ ਦੇਖੋ ਕਿ ਸਮਾਜ ਦੇ ਵਿੱਚ ਮੰਨ ਲਓ ਕਿ ਆਪਾਂ ਡਰ ਡਰ ਕੇ ਰਹਿ ਰਹੇ ਹਾਂ ਕਿਸੇ ਚੀਜ਼ ਤੋਂ। ਠੀਕ ਹੈ। ਕੋਈ ਟੈਰਰਿਜ਼ਮ ਹੈ ਜਾਂ ਹੋਰ ਜਿਹੜਾ ਕੋਈ ਚੋਰੀ ਚਕਾਰੀਆਂ ਹੋ ਰਹੀਆਂ ਜਾਂ ਕੁਝ ਹੋਰ ਵੀ ਕਿਸੇ ਤਰ੍ਹਾਂ ਦੀ ਵੀ, ਤਾਂ ਉਹ ਇੱਕ ਸਮਾਜਿਕ ਜਿਹੜੀ ਹੈ ਅਰੋਗਤਾ ਕਹਿਲਾਉਂਦੀ ਹੈ। ਠੀਕ ਹੈ। ਸੋ ਕੋਈ ਮੰਨ ਲਓ ਜਿੱਦਾਂ ਲੜਕੀਆਂ ਹੀ ਹੈ ਮੰਨ ਲਓ, ਤਾਂ ਹੁਣ ਉਹਨਾਂ ਨੂੰ ਘਰੋਂ ਤੁਸੀਂ ਬਾਹਰ ਨਹੀਂ ਜਾਣ ਦਿਓ, ਉਹਨਾਂ ਨੂੰ ਦਬਾ ਕੇ ਰੱਖੋ, ਉਹਨਾਂ ਨੂੰ ਜਿਹੜਾ ਪੜ੍ਹਾਓ ਨਾ, ਤਾਂ ਉਹ ਇੱਕ ਸਮਾਜਿਕ ਅਰੋਗਤਾ ਹੈ। ਉਹ ਬੱਚਾ ਜਿਹੜਾ ਘਰ ਅੰਦਰ, ਲੜਕੀ ਜਿਹੜੀ ਘਰ ਅੰਦਰ ਬੈਠੀ ਬੈਠੀ ਬਿਮਾਰ ਹੋ ਜਾਏਗੀ, ਉਹਦੀ ਮਾਨਸਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਰਹੇਗੀ। ਫਿਰ ਵੀ ਸਿਹਤ ਨੂੰ ਸਮਾਜਿਕ ਵਾਤਾਵਰਣ ਅਤੇ ਸੱਭਿਆਚਾਰਕ ਪਿਛੋਕੜ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਕਹਿੰਦਾ। ਠੀਕ ਹੈ। ਕਿ ਮਾਪਦੰਡ ਜਿਹੜੇ ਇਹ ਬਣਾਏ ਹੈ ਇਹਨਾਂ ਨੇ, ਇਹਨਾਂ ਵਿੱਚੋਂ ਸਮਾਜਿਕ ਅਰੋਗਤਾ ਦਾ ਜਿਹੜਾ ਮੁਲਾਂਕਣ ਜਿਹੜਾ ਉਹ ਔਖਾ ਹੈ ਕਿ ਵੀ ਉਹਨੂੰ ਅਸੀਂ ਕਿੱਦਾਂ ਨਾਪੀਏ ਕਿ ਇਹ ਸਮਾਜਿਕ ਅਰੋਗਤਾ ਹੈਗੀ ਹੈ। ਸਰੀਰਕ ਅਰੋਗਤਾ ਨੂੰ ਮਾਪਿਆ ਜਾ ਸਕਦਾ, ਮਾਨਸਿਕ ਨੂੰ ਦੇਖਿਆ ਜਾ ਸਕਦਾ, ਪਰ ਸਮਾਜਿਕ ਅਰੋਗਤਾ ਨੂੰ ਮਾਪਣਾ ਬਹੁਤ ਮੁਸ਼ਕਿਲ ਹੈ। ਤਾਂ ਇੱਕ ਸਿਹਤਮੰਦ ਵਿਅਕਤੀ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੁਸ਼ਲਤਾਪੂਰਵਕ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਦੇਸ਼ ਦੀ ਖੁਸ਼ਹਾਲੀ ਦੇ ਵਿੱਚ ਵਾਧਾ ਹੁੰਦਾ ਹੈ। ਬਹੁਤ ਸਾਰੇ ਵਿਕਸਿਤ ਦੇਸ਼ ਆਪਣੇ ਲੋਕਾਂ ਦੀ ਸਿਹਤ ਪ੍ਰਤੀ ਫਿਕਰਮੰਦ ਹਨ ਕਿਉਂਕਿ ਹੁਣ ਉਹਨਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਕਰਮਚਾਰੀਆਂ ਦੀ ਮਾੜੀ ਸਿਹਤ ਕਾਰਨ ਕੰਮਕਾਜ ਦੇ ਹਜ਼ਾਰਾਂ ਘੰਟੇ ਵਿਅਰਥ ਚਲੇ ਜਾਂਦੇ ਹਨ। ਜੇਕਰ ਸਾਡੇ ਜਿਹੜੇ ਵਰਕਰਸ ਹੈ ਉਹ ਸਿਹਤਮੰਦ ਨਹੀਂ ਹੋਣਗੇ ਤਾਂ ਸਾਡੇ ਬਹੁਤ ਸਾਰੇ ਘੰਟੇ ਜਿਹੜੇ ਆ ਉਹ ਬਰਬਾਦ ਹੋ ਜਾਣਗੇ, ਕੰਮ ਜਿਹਦੇ 'ਚ ਕਰਨਾ ਸੀਗਾ ਉਸ ਵਰਕਰ ਨੇ। ਦੂਸਰੇ ਪਾਸੇ ਜਿਹੜੇ ਸਾਡੇ ਵਿਕਾਸਸ਼ੀਲ ਦੇਸ਼ ਸਾਡੇ ਵਰਗੇ, ਇਹਨਾਂ ਦੇ ਵਿੱਚ ਬਹੁਤ ਹੀ ਘੱਟ ਵਿੱਤੀ ਸਰੋਤ ਹੋਣ ਕਾਰਨ, ਮਤਲਬ ਆਰਥਿਕ ਜਿਹੜੇ ਸਰੋਤ ਘੱਟ ਹੋਣ ਕਾਰਨ ਚੰਗੀਆਂ ਸਿਹਤ ਸਹੂਲਤਾਂ ਉਪਲਬਧ ਨਹੀਂ ਹਨ। ਘਟੀਆ ਸਾਫ਼ ਸਫਾਈ ਹੈ, ਪਾਣੀ ਦਾ ਜਿਹੜਾ ਪੀਣ ਵਾਲਾ ਪਾਣੀ ਉਹ ਸਾਫ਼ ਨਹੀਂ ਮਿਲਦਾ ਆਮ ਲੋਕਾਂ ਨੂੰ, ਭੋਜਨ ਦੀ ਕਮੀ ਹੈ, ਪ੍ਰਦੂਸ਼ਿਤ ਪਾਣੀ ਮਿਲ ਰਿਹਾ, ਛੂਤ ਦੀਆਂ ਬਿਮਾਰੀਆਂ ਜਿਹੜੀਆਂ ਉਹ ਬਹੁਤ ਜਲਦੀ ਫੈਲ ਰਹੀਆਂ, ਲੋਕਾਂ ਨੂੰ ਜਿਹੜੇ ਵਰਕਰਸ ਆ ਉਹਨਾਂ ਨੂੰ ਰਹਿਣ ਦੇ ਲਈ ਅੱਛੀ ਜਗ੍ਹਾ ਨਹੀਂ ਮਿਲਦੀ ਹੈ। ਤੇ ਇਹ ਬਹੁਤ ਸਾਰੀਆਂ ਵਿਕਾਸਸ਼ੀਲ ਦੇਸ਼ਾਂ ਦੀਆਂ ਸਮੱਸਿਆਵਾਂ ਹੈਗੀਆਂ ਜਿਹਦੇ ਨਾਲ ਉਹਨਾਂ ਦੀ ਵਰਕਰਸ ਦੀ ਸਿਹਤ ਜਿਹੜੀ ਆ ਉਹ ਖਰਾਬ ਹੋ ਜਾਂਦੀ ਹੈ ਤੇ ਉਹ ਆਪਣੀ ਐਫੀਸ਼ੀਐਂਸੀ ਜਿਹੜੀ ਆ ਪੂਰੀ ਨਹੀਂ ਦੇ ਪਾਉਂਦੇ, ਤਾਂ ਉਹਦੇ ਨਾਲ ਫਿਰ ਸਾਡਾ ਦੇਸ਼ ਜਿਹੜਾ ਉਹ ਪਿਛੜ ਜਾਂਦਾ ਹੈ। ਠੀਕ ਹੈ ਨਾ। ਸੋ ਜਿਹੜੇ ਵਿਕਸਿਤ ਦੇਸ਼ ਹੈ ਉੱਥੇ ਅਗਰ ਇੱਕ ਵਿਅਕਤੀ ਜਿਹੜਾ ਪੂਰੀ ਐਫੀਸ਼ੀਐਂਸੀ ਦੇ ਨਾਲ ਕੰਮ ਕਰਦਾ ਹੈ ਮੰਨ ਲਓ 10 ਘੰਟੇ, ਤਾਂ ਸਾਡੇ ਇੱਥੇ ਵੀ ਵਰਕਰ ਜਿਹੜਾ 10 ਘੰਟੇ ਕੰਮ ਕੀਤਾ ਪਰ ਉਨੀ ਆਊਟਪੁੱਟ ਨਹੀਂ ਦਿੱਤੀ ਉਹਨੇ ਜਿੰਨੀ ਵਿਕਸਿਤ ਦੇਸ਼ ਵਾਲੇ ਲੇਬਰ ਦੇ ਬੰਦੇ ਨੇ ਦਿੱਤੀ। ਤਾਂ ਇਹ ਚੀਜ਼ ਜਿਹੜੀ ਹੈ ਸਿਹਤ ਦੇ ਉੱਤੇ ਡਿਪੈਂਡ ਕਰਦੀ ਹੈ। ਔਰ ਸਿਹਤ ਕਿਹਦੇ ਉੱਤੇ ਡਿਪੈਂਡ ਕਰਦੀ ਹੈ? ਸਾਫ਼ ਸਫਾਈ ਦੇ ਉੱਤੇ, ਭੋਜਨ ਦੇ ਪੂਰਾ ਭੋਜਨ, ਸੰਤੁਲਿਤ ਭੋਜਨ ਮਿਲਣਾ। ਠੀਕ ਹੈ। ਪਾਣੀ ਜਿਹੜਾ ਪੀਣ ਵਾਲਾ ਉਹ ਅੱਛਾ ਹੋਣਾ ਚਾਹੀਦਾ ਹੈ। ਸਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਅੱਛੀਆਂ ਹੋਣਗੀਆਂ ਤੇ ਇਹ ਜਿਹੜੀ ਸਾਡੀ ਕੰਮ ਕਰਨ ਦੀ ਸਮਰੱਥਾ ਉਹ ਵੱਧ ਜਾਏਗੀ। ਸੋ ਇਹ ਸੀਗਾ ਸਾਡਾ ਇਹਦੇ ਸਿਹਤ ਦੇ ਬਾਰੇ। ਪਰ ਸਿਹਤ ਦੇ ਵਿੱਚ ਇੱਕ ਬਹੁਤ ਵੱਡਾ ਹੋਰ ਜਿਹੜਾ ਟੌਪਿਕ ਹੈ ਜਿਹੜਾ ਤੁਸੀਂ ਆਮ ਕਰਦੇ ਰਹਿੰਦੇ ਹੋ ਉਹ ਹੈ HIV। ਸੁਣਿਆ ਹੋਇਆ ਨਾ ਬੱਚੋ? HIV ਸੁਣਿਆ ਹੋਇਆ। ਏਡਸ ਵੀ ਕਹਿੰਦੇ ਆ ਆਪਾਂ ਇਹਨੂੰ। HIV ਐਕਚੁਅਲੀ ਉਸ ਵਿਸ਼ਾਣੂ ਦਾ ਨਾਮ ਹੈ ਜਿਹੜਾ ਏਡਸ ਕਰਦਾ ਹੈ। ਏਡਸ ਇੱਕ ਬਿਮਾਰੀ ਹੈ, ਠੀਕ ਹੈ, ਪਰ ਉਹਨੂੰ ਕਰਨ ਵਾਲਾ ਜਿਹੜਾ ਕਾਰਕ ਹੈ, ਜਿਹੜਾ ਵਿਸ਼ਾਣੂ ਹੈ, ਉਹਦਾ ਨਾਮ ਹੈ HIV। ਹੁਣ ਆਪਾਂ ਇਹਨਾਂ ਦੀ ਫੁੱਲ ਫਾਰਮ ਕਰਾਂਗੇ
ਤੁਹਾਨੂੰ ਇਹਦਾ ਕੁਐਸਚਨ ਆ ਸਕਦਾ ਕਿ ਏਡਜ਼ ਦੀ ਫੁੱਲ ਫਾਰਮ ਦੱਸੋ, HIV ਦੀ ਫੁੱਲ ਫਾਰਮ ਦੱਸੋ ਕੀ ਹੈ। ਦੇਖੋ ਏਡਜ਼ ਦੀ ਫੁੱਲ ਫਾਰਮ ਪਹਿਲਾਂ ਕਰਦੇ ਹਾਂ ਆਪਾਂ। ਏਡਜ਼, ਏ ਮਤਲਬ ਐਕਵਾयर्ड, ठीक है। सो ए ਦਾ ਮਤਲਬ ਹੈ ਐਕਵਾयर्ड, ठीक है। सो ਇਹ ਦੇਖੋ, ठीक है। सो ਇਹ ਹੈ ਐਕਵਾयर्ड। ਔਰ ਉਸ ਤੋਂ ਬਾਅਦ ਫਿਰ आई मतलब इम्यूनो, मैं ਤੁਹਾਨੂੰ ਇਹਦਾ ਮਤਲਬ ਜਿਹੜਾ ਸਮਝਾਉਂਗੀ ਹੁਣੇ। डी ਦਾ ਮਤਲਬ ਹੈ ਡੈਫੀਸ਼ੀਐਂਸੀ, एस ਦਾ ਮਤਲਬ ਹੈ ਸਿੰਡਰੋਮ, ठीक है। ਹੁਣ ਦੇਖੋ ਐਕਵਾयर्ड ਦਾ ਮਤਲਬ ਹੈ ਕਿ ਜਿਹੜੀ ਬਿਮਾਰੀ ਅਸੀਂ ਆਪਣੇ ਜਨਮ ਤੋਂ ਬਾਅਦ ਬਾਹਰੋਂ ਦੀ ਲੈਂਦੇ ਆ, ਐਕਵਾਇਰ ਕਰਦੇ ਆਪਾਂ ਬੋਲਦੇ ਨਾ ਐਕਵਾਇਰ ਕਰਦੇ ਆ, ਤਾਂ ਉਹ ਬਾਹਰੋਂ ਦੀ ਲੈ ਰਹੇ ਆਪਾਂ, ਤਾਂ ਉਹਨੂੰ ਕਹਿੰਦੇ ਐਕਵਾयर्ड। ਇਮਿਊਨੋ ਦੇਖੋ ਸਾਡਾ ਇਮਿਊਨ ਸਿਸਟਮ ਹੁੰਦਾ ਇੱਕ ਜਿਹੜਾ ਪ੍ਰਤੀਰੋਧ ਸ਼ਕਤੀ ਜਿਹਨੂੰ ਅਸੀਂ ਬੋਲਦੇ ਆ। ਸੋ ਜਿਹੜੇ ਸਾਡੇ ਸਫੇਦ ਰਕਤਾਣੂ ਹੈ, ਵਾਈਟ ਬਲੱਡ ਸੈਲਸ ਹੈ, ਉਹ ਸਾਡੇ ਖੂਨ ਦੇ ਵਿੱਚ ਮੌਜੂਦ ਹੁੰਦੇ ਔਰ ਉਹ ਸਾਡਾ ਇਮਿਊਨ ਸਿਸਟਮ ਬਣਾਉਂਦੇ ਆ ਬਿਮਾਰੀਆਂ ਦੇ ਨਾਲ ਲੜਨ ਦੇ ਲਈ, ਠੀਕ ਹੈ। ਤਾਂ ਉਹ ਇਮਿਊਨ ਸਿਸਟਮ ਜਿਹੜਾ ਉਹਨੂੰ ਇਹ ਵਾਇਰਸ ਕਮਜ਼ੋਰ ਕਰ ਦਿੰਦਾ, ਡੈਫੀਸ਼ੀਐਂਟ ਬਣਾ ਦਿੰਦਾ ਉਹਨੂੰ। ਡੈਫੀਸ਼ੀਐਂਸੀ ਦਾ ਮਤਲਬ ਇੱਥੇ ਇਹ ਹੈ ਕਿ ਸਾਡਾ ਇਮਿਊਨ ਸਿਸਟਮ ਘਟ ਜਾਣਾ, ਕਮਜ਼ੋਰ ਹੋ ਜਾਣਾ, ਡੈਫੀਸ਼ੀਐਂਸੀ ਹੋ ਜਾਣਾ। ਤਾਂ ਹੁਣ ਸਿੰਡਰੋਮ ਦਾ ਕੀ ਮਤਲਬ ਹੈ? ਸਿੰਡਰੋਮ ਦਾ ਮਤਲਬ ਹੈ ਇੱਕ ਗਰੁੱਪ ਆਫ ਡਿਜ਼ੀਜ਼ਸ, ਮਤਲਬ ਕਿ ਇਹ ਜਿਹੜਾ ਵਾਇਰਸ ਹੈ ਇਹ ਕੋਈ ਇੱਕ ਡਿਜ਼ੀਜ਼ ਨਹੀਂ ਕਰਦਾ। ਏਡਜ਼ ਜਿਹਨੂੰ ਅਸੀਂ ਬੋਲਦੇ ਡਿਜ਼ੀਜ਼, ਇਹ ਏਡਜ਼ ਜਿਹੜਾ ਇੱਕ ਗਰੁੱਪ ਆਫ ਡਿਜ਼ੀਜ਼ਸ ਹੈ। ਇਮਿਊਨ ਸਿਸਟਮ ਦੇ ਖਤਮ ਹੁੰਦੇ ਹੀ ਕੀ ਹੋਏਗਾ ਕਿ ਜਿੱਦਾਂ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ, ਤਾਂ ਇਹ ਕੋਈ ਇੱਕ ਦਿਨ 'ਚ ਕਮਜ਼ੋਰ ਨਹੀਂ ਹੁੰਦਾ। ਸੋ ਕਈ ਵਾਰੀ ਕਈ ਲੋਕਾਂ ਦਾ ਇਮਿਊਨ ਸਿਸਟਮ ਬੜਾ ਸਟਰੋਂਗ ਹੁੰਦਾ, ਤਾਂ ਉਹਨਾਂ ਦਾ ਇਸ ਵਾਇਰਸ ਨੂੰ ਇਮਿਊਨ ਸਿਸਟਮ ਕਮਜ਼ੋਰ ਕਰਨ ਦੇ ਲਈ ਕਈ ਵਾਰੀ 10 ਸਾਲ ਵੀ ਲੱਗ ਜਾਂਦੇ ਆ, ਠੀਕ ਹੈ। ਔਰ ਕਿਸੇ ਦਾ ਕਮਜ਼ੋਰ ਹੋਵੇ ਪਹਿਲਾਂ ਤੋਂ ਹੀ, ਤਾਂ ਉਹ ਕੁਝ ਹਫ਼ਤਿਆਂ ਦੇ ਵਿੱਚ ਵੀ ਹਾਵੀ ਹੋ ਸਕਦਾ ਵਾਇਰਸ ਉਹਦੇ ਉੱਤੇ। ਤੇ ਤੁਹਾਡੇ ਇਮਿਊਨ ਸਿਸਟਮ ਦੇ ਉੱਤੇ ਡਿਪੈਂਡ ਕਰੇਗਾ ਕਿ ਕਿੰਨਾ ਸਟਰੋਂਗ ਹੈ ਔਰ ਉਹਨੂੰ HIV ਨੂੰ ਕਿੰਨੀ ਮਿਹਨਤ ਕਰਨੀ ਪੈ ਰਹੀ ਹੈ ਉਹਨੂੰ ਓਵਰਪਾਵਰ ਕਰਨ ਦੇ ਲਈ। ਤਾਂ ਹੁਣ ਜਦੋਂ ਉਹਨੇ ਇੱਕ ਵਾਰੀ ਓਵਰਪਾਵਰ ਕਰ ਲਿਆ, ਤਾਂ ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਇਮਿਊਨ ਸਿਸਟਮ ਬਹੁਤ ਘਟ ਗਿਆ। ਤਾਂ ਹੁਣ ਤੁਹਾਨੂੰ TB ਦੀ ਬਿਮਾਰੀ ਵੀ ਹੋ ਜਾਏਗੀ, ਠੀਕ ਹੈ। ਤੁਹਾਨੂੰ ਜਿਹੜੀ ਹੈ ਉਹ ਨਿਮੋਨੀਆ ਵੀ ਹੋ ਜਾਏਗਾ। ਤੁਹਾਨੂੰ ਹੋਰ ਮਤਲਬ ਜਿੰਨੇ ਵੀ ਵਾਇਰਸ ਬੈਕਟੀਰੀਆ ਉਹ ਤੁਹਾਡੇ ਸਰੀਰ ਦੇ ਵਿੱਚ ਪਹਿਲਾਂ ਵੀ ਜਾ ਰਹੇ ਸੀਗੇ, ਪਰ ਪਹਿਲਾਂ ਤੁਹਾਡਾ ਪ੍ਰਤੀਰੋਧ ਸ਼ਕਤੀ ਜਿਹੜੀ ਹੈ ਉਹ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕਰ ਰਹੀ ਸੀ, ਤੁਹਾਨੂੰ ਡਿਜ਼ੀਜ਼ ਹੋਣ ਨਹੀਂ ਸੀ ਦੇ ਰਹੀ। ਪਰ ਹੁਣ ਤੁਹਾਡਾ ਮੁਕਾਬਲਾ ਕਰਨ ਵਾਲੇ ਸੈੱਲ ਜਿਹੜੇ ਉਹ ਘੱਟ ਹੈ, ਤੇ ਇਸ ਕਰਕੇ ਇਹ ਜਿਹੜੇ ਵਾਇਰਸ ਬੈਕਟੀਰੀਆ ਅੰਦਰ ਜਾਣਗੇ, ਇਹ ਆਪਣੀ ਆਪਣੀ ਬਿਮਾਰੀ ਜਿਹੜੀ ਉਹ ਪੈਦਾ ਕਰਦੇ ਚਲੇ ਜਾਣਗੇ। ਤੇ ਬੰਦਾ ਜਿਹੜਾ ਜਿਹਨੂੰ ਏਡਸ ਹੋ ਗਈ ਹੈ, ਉਹ ਏਡਸ ਦੇ ਨਾਲ ਨਹੀਂ ਮਰੇਗਾ, ਸੋ ਉਹ ਉਹਨਾਂ ਬਿਮਾਰੀਆਂ ਦੇ ਨਾਲ ਮਰੇਗਾ ਜਿਹੜੀਆਂ ਉਹਨੂੰ ਬਹੁਤ ਸਾਰੀਆਂ ਹੋ ਗਈਆਂ। ਤਾਂ ਹੁਣ ਇਹ ਸਭ ਤੋਂ ਜ਼ਿਆਦਾ ਜਾਨਲੇਵਾ ਮੰਨੀ ਜਾਂਦੀ ਹੈ ਬਿਮਾਰੀ ਜਿਹੜੀ ਹੈ, ਕੈਂਸਰ ਦੇ ਨਾਲੋਂ ਵੀ ਭਿਆਨਕ ਮੰਨੀ ਜਾਂਦੀ ਹੈ। ਤਾਂ ਹੁਣ ਇਹਦਾ ਤਾਂ ਨਾਮ ਦੇਖੋ ਯਾਦ ਕਰ ਲੈਣਾ, ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਹੁਣ HIV ਜਿਹੜਾ ਉਹ ਕੀ ਹੈ, ਠੀਕ ਹੈ। HIV ਵਾਇਰਸ ਜਿਹੜਾ H ਦਾ ਮਤਲਬ ਹਿਊਮਨ ਔਰ I ਦਾ ਮਤਲਬ ਉਹੀ ਇਮਿਊਨੋ ਤੇ ਇਕੱਠਾ ਉਹਦੇ ਨਾਲ ਡੈਫੀਸ਼ੀਐਂਸੀ, ਇਮਿਊਨੋ ਡੈਫੀਸ਼ੀਐਂਸੀ। ਇਕੱਲਾ I ਨੂੰ ਦੇਖ ਕੇ ਇਮਿਊਨੋ ਨਹੀਂ ਇਕੱਲਾ ਬੋਲ ਦੇਣਾ, ਇਮਿਊਨੋ ਡੈਫੀਸ਼ੀਐਂਸੀ। V ਮਤਲਬ ਵਾਇਰਸ। ਸੋ ਇਹ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਯੂਜ਼ਲੀ ਬੱਚੇ ਜੇ ਫੁੱਲ ਫਾਰਮ ਆ ਜਾਏ ਤਾਂ ਡੈਫੀਸ਼ੀਐਂਸੀ ਵਰਡ ਜਿਹੜਾ ਉਹ ਭੁੱਲ ਜਾਂਦੇ ਆ, ਤਾਂ ਇਸ ਲਈ ਇਹ ਧਿਆਨ ਰੱਖਣਾ ਹਿਊਮਨ ਡੈਫੀਸ਼ੀਐਂਸੀ ਵਾਇਰਸ। ਤੇ ਇਹ ਵਾਇਰਸ ਜਿਹੜਾ ਹੈ ਉਹ ਕਈ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੈ ਕਿ ਵੀ ਅੰਦਰ ਜਾ ਸਕਦਾ ਸਾਡੇ। ਹਰ ਸਾਲ 30 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਹੈ, 30 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਏਡਸ ਦੇ ਨਾਲ ਮਰ ਜਾਂਦੇ ਹੈ, ਠੀਕ ਹੈ। ਸੋ ਮਰ ਜਾਂਦੇ ਹੈ। ਵਿਸ਼ਵ ਸਿਹਤ ਸੰਸਥਾ ਜਿਹੜੀ ਹੈ ਉਹਨਾਂ ਦੇ ਅਨੁਮਾਨ ਦੇ ਅਨੁਸਾਰ ਦੁਨੀਆ ਦੇ ਵਿੱਚ ਲਗਭਗ 4 ਕਰੋੜ ਲੋਕ ਇਸ ਖਤਰਨਾਕ ਬਿਮਾਰੀ ਤੋਂ ਪੀੜਤ ਹਨ, ਠੀਕ ਹੈ, ਪੀੜਤ ਹੈ। ਔਰ 30 ਲੱਖ ਲੋਕ ਜਿਹੜੇ ਆ ਉਹ ਏਡਸ ਦੇ ਨਾਲ ਮਰ ਜਾਂਦੇ ਆ ਹਰ ਸਾਲ। ਤਾਂ ਇਹ ਜਿਹੜੀ ਹੁਣ ਵਾਇਰਸ ਹੈ, ਠੀਕ ਹੈ, ਸੋ ਇਹ ਸਭ ਤੋਂ ਪਹਿਲਾ ਕੇਸ ਜਿਹੜਾ ਇਹਦਾ 1981 ਦੇ ਵਿੱਚ ਅਮਰੀਕਾ ਤੋਂ ਰਿਕਾਰਡ ਹੋਇਆ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਇਸ ਦਾ ਪਹਿਲਾ ਕੇਸ ਜਿਹੜਾ 1986 ਦੇ ਵਿੱਚ ਚੇਨਈ ਦੇ ਵਿੱਚ ਆਇਆ। 1986 ਦੇ ਵਿੱਚ ਚੇਨਈ ਦੇ ਵਿੱਚ, ਠੀਕ ਹੈ। ਸੋ ਆਇਆ ਇਹ 1986 ਦੇ ਵਿੱਚ ਚੇਨਈ ਦੇ ਵਿੱਚ ਰਿਕਾਰਡ ਕੀਤਾ ਗਿਆ। ਹੁਣ ਇਹ ਵਿਸ਼ਾਣੂ ਜਿਹੜਾ ਉਹ ਤੁਸੀਂ ਪੜ੍ਹਿਆ ਹੋਇਆ ਬਹੁਤ ਵਾਰੀ ਕਿ ਕਿਸ ਤਰ੍ਹਾਂ ਅੰਦਰ ਦਾਖਲ ਹੁੰਦਾ। ਦੇਖੋ ਇੱਕ ਤਾਂ ਹੈ ਕਿ ਜੇਕਰ ਅਸੀਂ ਮੰਨ ਲਓ ਕਿ ਕੋਈ ਨਰਸ ਜਿਹੜੀ ਆ ਉਹ ਇੰਜੈਕਸ਼ਨ ਲਗਾ ਰਹੀ ਹੈ ਕਿਸੇ ਪਰਸਨ ਦੇ, ਤਾਂ ਪਹਿਲਾਂ ਜਿਹਨੂੰ ਉਹਨੇ ਇੰਜੈਕਸ਼ਨ ਲਗਾਇਆ ਤਾਂ ਉਹਨੂੰ ਏਡਸ ਸੀਗੀ, ਔਰ ਉਹੀ ਸਰਿੰਜ ਜਿਹੜੀ ਆ ਉਹਨੇ ਥੋੜੀ ਜਿਹੀ ਮੰਨ ਲਓ ਵਾਸ਼ ਕੀਤੀ ਜਸਟ, ਤੇ ਉਹੀ ਸਰਿੰਜ ਦੇ ਨਾਲ ਇੰਜੈਕਸ਼ਨ ਭਰਿਆ ਤੇ ਦੂਜੇ ਹੈਲਦੀ ਪਰਸਨ ਨੂੰ ਦੇ ਦਿੱਤਾ, ਠੀਕ ਹੈ। ਤਾਂ ਹੁਣ ਉਹ ਵਿਸ਼ਾਣੂ ਉਹਦੇ ਨਾਲ ਨੀਡਲ ਦੇ ਨਾਲ ਚਿਪਕਿਆ ਹੋਇਆ ਸੀਗਾ, ਤਾਂ ਉਹ ਦੂਸਰੇ ਹੈਲਦੀ ਪਰਸਨ ਦੇ ਬਲੱਡ ਦੇ ਵਿੱਚ ਚਲਾ ਗਿਆ। ਤੇ ਇੱਕ ਤਾਂ ਇਹ ਖੂਨ ਦੀ ਮਤਲਬ ਇਨਫੈਕਟਡ ਸੂਈਆਂ ਜਿਹੜੀਆਂ ਉਹਦੇ ਨਾਲ। ਅੱਜ ਕੱਲ੍ਹ ਜਿਹੜਾ ਇਹ ਇਨਫੈਕਟਡ ਸੂਈਆਂ ਜਿਹੜੀਆਂ ਉਹ ਬਹੁਤ ਘੱਟ ਯੂਜ਼, ਮਤਲਬ ਉਹ ਪੁਰਾਣਾ ਸਿਸਟਮ ਖਤਮ ਹੋ ਗਿਆ। ਹੁਣ ਤਾਂ ਹਰ ਬੰਦਾ ਜਿਹੜਾ ਉਹ ਪੈਕਿੰਗ ਵਾਲੀ ਜਿਹੜੀ ਹੈ ਉਹ ਸੂਈ ਲੈ ਕੇ ਆਉਂਦਾ,
ਇੰਜੈਕਸ਼ਨ ਲੈ ਕੇ ਆਉਂਦਾ ਹੈ ਔਰ ਉਹ ਨਰਸ ਨੂੰ ਪਕੜਾ ਦਿੰਦਾ ਕਿ ਵੀ ਮੈਨੂੰ ਇਹ ਇੰਜੈਕਸ਼ਨ ਜਿਹੜਾ ਇਹ ਇਸ ਉਹਦੇ ਨਾਲ ਲਗਾ ਦੇ, ਤੇ ਉਹਨੂੰ ਤੋੜ ਕੇ ਸਿੱਟ ਦਿੱਤਾ ਜਾਂਦਾ ਹੈ ਕਿ ਉਹ ਦੁਬਾਰਾ ਯੂਜ਼ ਨਾ ਹੋਵੇ। ਪਹਿਲਾਂ ਹੁੰਦਾ ਸੀ ਉਬਾਲ ਕੇ ਯੂਜ਼ ਕਰਦੇ ਸੀਗੇ, ਤੇ ਕਈ ਵਾਰੀ ਉਹਦੇ 'ਚ ਇਨਫੈਕਸ਼ਨ ਰਹਿ ਜਾਂਦੀ ਸੀ। ਹੁਣ ਇਹ ਕਿਸੇ ਵਿਅਕਤੀ ਨੂੰ ਖੂਨ ਦੀ ਜ਼ਰੂਰਤ ਪੈ ਗਈ ਹੈ ਤਾਂ ਉਹਨੂੰ ਏਡਸ ਵਾਲੇ ਪਰਸਨ ਦਾ ਖੂਨ ਚੜਾ ਦਿੱਤਾ ਜਾਏ ਬਿਨਾਂ ਚੈੱਕ ਕੀਤੇ ਹੀ, ਤਾਂ ਵੀ ਹੋ ਜਾਏਗਾ। ਯੌਨ ਸੰਬੰਧ ਜਿਹੜੇ ਆ ਉਹ ਸਭ ਤੋਂ ਮੇਨ ਹੈ, ਠੀਕ ਹੈ। ਯੌਨ ਸੰਬੰਧ ਜਿਹੜੇ ਆ ਉਹ ਉਹਦੇ ਨਾਲ ਅਗਰ ਇੱਕ ਵਿਅਕਤੀ ਜਿਹੜਾ ਉਹ ਕਿਸੇ ਔਰਤ ਦੇ ਨਾਲ ਯੌਨ ਸੰਬੰਧ ਬਣਾਉਂਦਾ ਜਿਹਨੂੰ ਏਡਸ ਹੈ ਤਾਂ ਉਸ ਵਿਅਕਤੀ ਨੂੰ ਵੀ ਹੋ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਅੱਛਾ ਹੁਣ ਜਿਹੜੀ ਇਨਫੈਕਟਡ ਸੂਈਆਂ ਜਿਹੜੀਆਂ ਉਹਨਾਂ ਦਾ ਜਿਹੜੇ ਬੱਚੇ ਡਰੱਗਸ ਲੈਂਦੇ ਆ, ਠੀਕ ਹੈ, ਜਿਹੜੇ ਨਸ਼ੇ ਕਰਦੇ ਆ, ਉਹ ਛੁਪ ਛੁਪਾ ਕੇ ਆਪਣੇ ਇੰਜੈਕਸ਼ਨ ਲਗਾਉਂਦੇ ਆ। ਤਾਂ ਹੁਣ ਉਹਨਾਂ ਦਾ ਗਰੁੱਪ ਹੁੰਦਾ 6-7 ਮੁੰਡਿਆਂ ਦਾ, ਮੰਨ ਲਓ ਜਾਂ 6-7 ਬੱਚੇ ਜਿਹੜੇ ਆ ਮੰਨ ਲਓ ਹੈਗੇ ਆ, ਤਾਂ ਉਹ ਇੰਜੈਕਸ਼ਨ ਉਹਨਾਂ ਨੂੰ ਮਿਲਦਾ ਇੱਕ, ਠੀਕ ਹੈ। ਸੋ ਕਿਤੋਂ ਦੀ ਸੂਈ ਜਿਹੜੀ ਹੈ ਮਤਲਬ ਮਿਲਦੀ ਹੈ। ਹੁਣ ਉਹ ਸਾਰੇ ਬੱਚੇ ਜਿਹੜੇ ਆ ਉਹਨੂੰ ਨਸ਼ੇ ਨੂੰ ਭਰੀ ਜਾਂਦੇ ਆ, ਉਸ ਸੂਈ ਦੇ ਨਾਲ ਆਪਸ 'ਚ ਲਗਾਈ ਜਾਂਦੇ ਆ ਇੰਜੈਕਸ਼ਨ। ਤਾਂ ਫਿਰ ਇੱਕ ਨੂੰ ਅਗਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਏਡਸ ਹੋਇਆ ਤਾਂ ਬਾਕੀ ਸਾਰਿਆਂ ਨੂੰ ਵੀ ਏਡਸ ਹੋ ਜਾਣਾ, ਤੇ ਇਹ ਇੱਕ ਕਾਰਨ ਜ਼ਰੂਰ ਹੈਗਾ। ਸੋ ਵੱਧ ਸੰਕਟ ਗ੍ਰਸਤ ਸ਼੍ਰੇਣੀ ਦੇ ਵਿੱਚ ਸਮਲਿੰਗੀ, ਨਸ਼ਾ ਕਰਨ ਵਾਲੇ, ਖੂਨ ਲੈਣ ਵਾਲੇ ਤੇ ਵੱਧ ਖਤਰੇ ਵਾਲੇ ਹਮ ਬਿਸਤਰ ਸ਼ਾਮਲ ਹਨ। ਮਤਲਬ ਜਿਹੜੇ ਰਿਸਕ ਦੇ ਉੱਤੇ ਹੈਗੇ ਲੋਕ ਉਹ ਕਿਹੜੇ ਹੈ? ਹੋਮੋਸੈਕਸ਼ੂਅਲਸ ਜਿਹਨਾਂ ਨੂੰ ਅਸੀਂ ਬੋਲਦੇ ਹਾਂ, ਸਮਲਿੰਗੀ, ਨਸ਼ਾ ਕਰਨ ਵਾਲੇ ਤੇ ਜਿਨ੍ਹਾਂ ਨੂੰ ਖੂਨ ਦਿੱਤਾ ਜਾਂਦਾ, ਜਿਹੜੇ ਬਾਰ-ਬਾਰ ਜਿਨ੍ਹਾਂ ਨੂੰ ਖੂਨ, ਜਿੱਦਾਂ ਹੁਣ ਥੈਲੇਸੀਮੀਆ ਡਿਜ਼ੀਜ਼ ਹੈ ਕਿਸੇ ਨੂੰ, ਠੀਕ ਹੈ, ਉਸ ਬੱਚੇ ਨੂੰ ਜਾਂ ਉਸ ਵਿਅਕਤੀ ਨੂੰ ਤਕਰੀਬਨ ਹਰ ਮਹੀਨੇ ਖੂਨ ਲੈਣਾ ਪੈਂਦਾ ਹੈ ਬਾਹਰੋਂ ਦੀ, ਕਿਉਂਕਿ ਉਹਦਾ ਆਪਣਾ ਖੂਨ ਨਹੀਂ ਬਣ ਰਿਹਾ। ਤਾਂ ਇਸ ਲਈ ਤਾਂ ਫਿਰ ਇੱਦਾਂ ਦੇ ਵਿਅਕਤੀ ਵੀ ਰਿਸਕ ਦੇ ਉੱਤੇ ਰਹਿੰਦੇ ਆ। ਤਾਂ ਹਮ ਬਿਸਤਰ ਜਿਹੜੇ ਦੂਸਰਿਆਂ ਦੇ ਨਾਲ ਯੌਨ ਸੰਬੰਧ ਬਣਾਉਂਦੇ ਆ ਉਹ। ਇੱਕ HIV ਪੋਜ਼ਿਟਿਵ ਮਾਂ ਆਪਣੇ ਬੱਚੇ ਨੂੰ ਦੁੱਧ ਰਾਹੀਂ ਜਾਂ ਗਰਭ ਅਵਸਥਾ ਦੇ ਵਿੱਚ ਆਪਣੇ ਬੱਚੇ ਨੂੰ ਏਡਸ ਜਿਹੜੀ ਉਹ ਦੇ ਸਕਦੀ ਹੈ। ਇਹ ਵੀ 2 ਕਾਰਨ ਹੈਗੇ ਆ ਏਡਸ ਦੇ ਅੱਗੇ ਟ੍ਰਾਂਸਫਰ ਹੋਣ ਦੇ। ਇਸ ਰੋਗ ਦੇ ਹੁਣ ਲੱਛਣ, ਠੀਕ ਹੈ। ਸੋ ਲੱਛਣ ਜਿਹੜੇ ਆ ਉਹ ਕੀ ਹੈ? ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਜਿਹੜੇ ਮੈਂ ਸਫੇਦ ਰਕਤਾਣੂਆਂ ਦੀ ਗੱਲ ਕੀਤੀ, ਉਹਨਾਂ ਦੇ ਵਿੱਚ ਇੱਕ ਸੈੱਲ ਹੈਗੇ ਜਿਨ੍ਹਾਂ ਨੂੰ ਆਪਾਂ ਟੀ ਸੈਲਸ ਬੋਲਦੇ ਹਾਂ। ਔਰ ਉਹਨਾਂ ਦੇ ਟੀ ਸੈਲਸ ਜਿਹੜੇ ਹੈ ਉਹਨਾਂ ਦੀ ਵੀ ਅੱਗੇ ਕਈ ਕੈਟਾਗਰੀਜ਼ ਹੈ। ਉਹਨਾਂ ਵਿੱਚੋਂ ਇੱਕ ਕੈਟਾਗਰੀ ਹੈਗੀ ਹੈਲਪਰ ਟੀ ਸੈਲਸ, ਠੀਕ ਹੈ। ਹੈਲਪਰ ਇੰਗਲਿਸ਼ 'ਚ ਲਿਖਿਆ ਆਪਾਂ ਤਾਂ ਉਹਨਾਂ ਨੂੰ ਹੈਲਪਰ ਬੋਲਦੇ ਆਪਾਂ, ਠੀਕ ਹੈ। ਸੋ ਇਸ ਤਰ੍ਹਾਂ ਹੈਲਪਰ ਟੀ ਸੈਲਸ, ਰਾਈਟ, ਹੈਲਪਰ ਟੀ ਸੈਲਸ। ਸੋ ਜਾਂ CD4 ਬੋਲਿਆ ਜਾਂਦਾ ਉਹਨਾਂ ਨੂੰ, ਠੀਕ ਹੈ। CD4 CD4 ਇਸ ਤਰ੍ਹਾਂ, ਠੀਕ ਹੈ। ਤਾਂ CD4 ਸੈਲਸ ਹੁੰਦੇ ਆ ਇਹ। ਤਾਂ ਇਹ ਸਾਡੇ ਇਮਿਊਨ ਸਿਸਟਮ ਦਾ ਹਿੱਸਾ ਹੈਗੇ, ਤੇ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟ ਜਾਂਦੀ ਹੈ HIV ਦੇ ਕਾਰਨ। ਤਾਂ ਇਹ ਸਰੀਰ ਦੀ ਜਿਹੜੀ ਰੋਗ ਪ੍ਰਤੀਰੋਧ ਸ਼ਕਤੀ ਹੈ ਤਾਂ ਉਹ ਨੈਚੁਰਲੀ ਘਟ ਗਈ ਸਾਡੀ। ਫਿਰ ਸਰੀਰ ਜਿਹੜਾ ਮਾਮੂਲੀ ਲਾਗਾਂ ਵਿਰੁੱਧ ਵੀ ਆਪਣੀ ਰੋਗ ਨਿਰੋਧਕ ਸ਼ਕਤੀ ਜਿਹੜੀ ਆ ਉਹ ਗਵਾ ਬੈਠਦਾ ਹੈ। ਕਿਉਂਕਿ ਹਾਲੇ ਤੱਕ ਏਡਸ ਦਾ ਕੋਈ ਇਲਾਜ ਉਪਲਬਧ ਨਹੀਂ ਹੈ, ਇਸ ਲਈ ਏਡਸ ਦਾ ਪੂਰੀ ਤਰ੍ਹਾਂ ਸ਼ਿਕਾਰ ਹੋਏ ਲੋਕਾਂ ਦੇ ਵਿੱਚੋਂ ਦੀ ਬਹੁਤੇ 3 ਕੁ ਸਾਲਾਂ ਦੇ ਵਿੱਚ ਹੀ ਮਰ ਜਾਂਦੇ ਹਨ। ਮਾਹਿਰਾਂ ਦਾ ਵਿਸ਼ਵਾਸ ਹੈ ਕਿ ਹਾਲ ਦੀ ਘੜੀ ਕੇਵਲ ਪਰਹੇਜ਼ ਹੀ ਏਡਸ ਨੂੰ ਰੋਕਣ ਦਾ ਇੱਕੋ ਇੱਕ ਉਪਾਅ ਹੈ। ਕਿ ਮਤਲਬ ਆਪਾਂ ਪਰਹੇਜ਼ ਕਰੀ, ਜਿੱਦਾਂ ਆਪਾਂ ਉੱਪਰ ਕਿਹਾ ਨਾ ਵੀ ਕਿੱਦਾਂ ਟ੍ਰਾਂਸਫਰ ਹੁੰਦੀ ਹੈ ਇਹ, ਤਾਂ ਫਿਰ ਉਹ ਜਿਹੜੇ ਚੀਜ਼ਾਂ ਹੈ ਉਹਨਾਂ ਨੂੰ, ਸੋ ਜੇ ਤੁਸੀਂ ਇੰਜੈਕਸ਼ਨ ਲਗਾਉਣਾ ਹੈ ਤਾਂ ਆਪਣੀ ਸੂਈ ਜਿਹੜੀ ਲੈ ਕੇ ਜਾਓ ਔਰ ਉਹਨੂੰ ਫਿਰ ਇੰਸ਼ੋਰ ਕਰੋ ਕਿ ਉਹਨੂੰ ਲੱਗਣ ਤੋਂ ਬਾਅਦ ਤੋੜ ਕੇ ਡਸਟਬਿਨ 'ਚ ਸਿੱਟ ਦਿਓ, ਔਰ ਤਾਂ ਕਿ ਉਹ ਮਿਸਯੂਜ਼ ਨਾ ਹੋ ਸਕੇ। ਔਰ ਫਿਰ ਨਸ਼ੇ ਜਿਹੜੇ ਲੋਕ ਲੈਂਦੇ ਆ ਉਹ ਨਸ਼ਿਆਂ ਤੋਂ ਆਪਣਾ ਜਿਹੜਾ ਉਹ ਬਚਾਅ ਕਰਨ। ਤਾਂ ਇਸ ਤਰ੍ਹਾਂ ਦੀ ਮਤਲਬ ਸਾਵਧਾਨੀਆਂ। ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੀ ਲੋਕਾਂ ਨੂੰ ਅਸੁਰੱਖਿਅਤ ਯੌਨ ਵਿਹਾਰ ਅਤੇ ਸੂਈ ਵਰਤੋਂ ਦੇ ਪ੍ਰਤੀ ਸੁਚੇਤ ਕਰ ਰਹੀਆਂ ਹਨ। ਸਾਡੇ ਦੇਸ਼ ਦੇ ਵਿੱਚ ਵੀ ਸਰਕਾਰ ਇਸ ਬਿਮਾਰੀ ਨੂੰ ਰੋਕਣ ਦੇ ਲਈ ਕਾਫੀ ਯਤਨ ਕਰ ਰਹੀ ਹੈ। ਹੁਣ ਅਸੀਂ ਪਹੁੰਚੇ ਸਾਡਾ ਲਾਸਟ ਟੌਪਿਕ, ਸਮਾਜਿਕ, ਸੱਭਿਆਚਾਰਕ ਅਤੇ ਸਦਾਚਾਰ ਕਦਰਾਂ ਕੀਮਤਾਂ, ਠੀਕ ਹੈ। ਸਮਾਜਿਕ, ਸੱਭਿਆਚਾਰਕ ਅਤੇ ਸਦਾਚਾਰ ਕਦਰਾਂ ਕੀਮਤਾਂ। ਸੱਭਿਅਤਾ ਦਾ ਪ੍ਰਸਾਰ ਹੋਣ ਦੇ ਨਾਲ ਮਨੁੱਖ ਜਾਤੀ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਵਸ ਗਈ, ਠੀਕ ਹੈ। ਜਿੱਦਾਂ ਜਿੱਦਾਂ ਸੱਭਿਆਚਾਰ ਜਿਹੜਾ ਉਹ ਪ੍ਰਸਾਰ ਹੁੰਦਾ ਗਿਆ ਤਾਂ ਅਸੀਂ ਅਲੱਗ-ਅਲੱਗ ਥਾਵਾਂ ਤੇ ਵਸ ਗਏ। ਉਹਨਾਂ ਨੇ ਆਪਣੇ ਖੇਤਰ ਦੇ ਸਭ ਮੈਂਬਰਾਂ ਦੇ ਦੁਆਰਾ ਅਪਣਾਈਆਂ ਜਾਣ ਵਾਲੀਆਂ ਅਨੇਕਾਂ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰ ਲਈਆਂ। ਜਿੱਥੇ ਜਿੱਥੇ ਜਿਹੜਾ ਬੰਦਾ ਰਹਿੰਦਾ ਸੀਗਾ ਉੱਥੇ ਦੇ ਹਿਸਾਬ ਦੇ ਨਾਲ ਸਮਾਜਿਕ, ਸੱਭਿਆਚਾਰਕ ਤੇ ਨੈਤਿਕ ਕਦਰਾਂ ਕੀਮਤਾਂ ਬਣਾ ਲਈਆਂ, ਆਪਾਂ ਰੂਲਸ ਬਣਾ ਲਏ ਆਪਣੇ। ਇਹ ਕਦਰਾਂ ਕੀਮਤਾਂ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ। ਪਹਿਲ ਵਾਤਾਵਰਣ ਅਤੇ ਆਪਣੇ ਸੱਭਿਆਚਾਰ ਦੇ ਨਾਲ ਇਕਸੁਰ ਹੋ ਕੇ ਰਹਿਣਾ ਮਨੁੱਖ ਦੀਆਂ ਸਮਾਜਿਕ ਕਦਰਾਂ ਕੀਮਤਾਂ ਦੇ ਵਿੱਚ ਸ਼ਾਮਲ ਸੀ।
ਜਿੰਨੇ ਵੀ ਲੋਕ ਜਿਹੜੇ ਤੁਸੀਂ ਦੇਖੋ, ਆਪਾਂ ਪਹਿਲਾਂ ਜਿਹੜੇ ਲੋਕ ਹੈ ਉਹ ਸਾਰੇ ਆਪਾਂ ਪੌਦਿਆਂ ਦੀ ਪੂਜਾ ਕਰਦੇ, ਆਪਾਂ ਹਰਿਆਲੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਾਂ। ਸਾਡੇ ਜਿਹੜਾ ਦੇਸ਼ ਦਾ ਝੰਡਾ ਹੈ ਉਹਦੇ ਵਿੱਚ ਵੀ ਅਸੀਂ ਹਰਿਆਲੀ ਦਾ ਜਿਹੜਾ ਚਿੰਨ੍ਹ ਹੈ ਉਹ ਰੱਖਿਆ ਹੈ। ਠੀਕ ਹੈ, ਇੱਕ ਪੱਟੀ ਜਿਹੜੀ ਉਹ ਹਰਿਆਲੀ ਦਾ ਹੈ। ਤਾਂ ਇਸ ਤਰ੍ਹਾਂ ਅਸੀਂ ਮਤਲਬ ਪੌਦਿਆਂ ਨੂੰ, ਵਾਤਾਵਰਨ ਨੂੰ ਕਾਫੀ ਆਪਣੇ ਉਹਦੇ ਨਾਲ ਰੱਖਿਆ ਸੀ ਸਮਾਜਿਕ ਕਦਰਾਂ ਕੀਮਤਾਂ ਦੇ ਵਿੱਚ। ਇਹ ਕਦਰਾਂ ਕੀਮਤਾਂ ਸਧਾਰਨ ਮੁਖੀ ਸਦਾਚਾਰਾਂ ਤੇ ਆਧਾਰਿਤ ਸਨ। ਉਸੇ ਸਮੇਂ ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਰਖਵਾਲਾ ਸਮਝਦਾ ਸੀ। ਵਾਤਾਵਰਨ ਨੂੰ ਪਲੀਤ ਨਾ ਕਰਨਾ ਅਤੇ ਸ਼ਾਂਤੀ ਨੂੰ ਭੰਗ ਨਾ ਕਰਨਾ ਉਹ ਆਪਣਾ ਧਰਮ ਸਮਝਦਾ ਸੀ। ਅਜੋਕੀਆਂ ਸਥਿਤੀਆਂ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਸ਼ਾਸਕ ਸਮਝਦਾ ਹੈ। ਵੱਖ-ਵੱਖ ਅਨੈਤਿਕ ਕਾਰਜਾਂ ਦੇ ਰਾਹੀਂ ਵਾਤਾਵਰਨ ਦੇ ਵਿੱਚ ਆ ਰਿਹਾ ਨਿਖਾਰ ਹੁਣ ਸਪਸ਼ਟ ਹੋ ਚੁੱਕਾ ਹੁਣ ਸਪਸ਼ਟ ਹੋ ਚੁੱਕਾ ਹੈ। ਮਤਲਬ ਜੋ ਵੀ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸੀਗੀਆਂ ਉਹਨਾਂ 'ਚ ਘਾਟ ਆਈ ਤਾਂ ਅਸੀਂ ਆਪਣੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਮਨੁੱਖ ਸ਼ਾਇਦ ਹੀ ਕੁਦਰਤੀ ਵਾਤਾਵਰਨ ਦੀ ਪੂਰਤੀ ਕਰ ਰਿਹਾ ਹੈ। ਪੁਰਾਣੇ ਸਮਿਆਂ ਦੇ ਵਿੱਚ ਮਨੁੱਖ ਦੀਆਂ ਸਦਾਚਾਰ ਕਦਰਾਂ ਕੀਮਤਾਂ ਵਾਤਾਵਰਨ ਨੂੰ ਬਿਨਾਂ ਛੇੜਿਆਂ ਤੇ ਨੁਕਸਾਨ ਪਹੁੰਚਾਇਆ ਕੁਦਰਤ ਨੂੰ ਇੱਕ-ਮਿੱਕ ਹੋ ਕੇ ਰਹਿਣ ਉੱਪਰ ਆਧਾਰਿਤ ਹੁੰਦੀਆਂ ਸਨ। ਅੱਜ ਦਾ ਸਮਾਜ ਖਾਲਸ ਖਪਤਕਾਰੀ ਸਮਾਜ ਹੈ ਕਿ ਅਸੀਂ ਬਸ ਲੈਣਾ ਜਾਣਦੇ ਹਾਂ, ਬਸ ਦੇਣਾ ਨਹੀਂ। ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਬਸ ਅਸੀਂ ਲਈ ਜਾ ਰਹੇ ਮਨੁੱਖ ਪਦਾਰਥਵਾਦੀ ਬਣ ਚੁੱਕਿਆ ਹੈ। ਇਸ ਨਾਲ ਉਸ ਦੀਆਂ ਕਈ ਸੱਭਿਆਚਾਰਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਬਦਲ ਚੁੱਕੀਆਂ ਹਨ। ਪੱਛਮ ਦਾ ਸੱਭਿਆਚਾਰ ਸਾਡੀਆਂ ਕਦਰਾਂ ਕੀਮਤਾਂ ਤੇ ਛਾ ਰਿਹਾ ਹੈ ਅਤੇ ਅਸੀਂ ਕੁਦਰਤੀ ਸਰੋਤਾਂ ਦਾ ਅਧਿਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੇ ਮਨੁੱਖ ਨੂੰ ਕੁਦਰਤੀ ਸਰਮਾਏ ਦੇ ਰਖਵਾਲੇ ਵਜੋਂ ਪੈਦਾ ਕੀਤਾ ਹੈ। ਹਿੰਦੂ ਇਹ ਮੰਨਦੇ ਆ ਕਿ ਅਸੀਂ ਰਖਵਾਲੇ ਹਾਂ ਉਹਦੇ ਵਾਤਾਵਰਨ ਦੇ। ਇਹ ਮਨੁੱਖ ਤੇ ਨਿਰਭਰ ਕਰਦਾ ਹੈ ਕਿ ਉਸਨੇ ਇਸ ਨੂੰ ਜ਼ਿੰਮੇਵਾਰੀ ਨਾਲ ਵਰਤਣਾ ਹੈ ਜਾਂ ਗੈਰ ਜ਼ਿੰਮੇਦਾਰੀ ਨਾਲ। ਇਸ ਮਾਮਲੇ ਦੇ ਵਿੱਚ ਸਦਾਚਾਰਕ ਕਦਰਾਂ ਕੀਮਤਾਂ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਹ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਸਿਰਫ ਆਪਣੇ ਲਈ ਹੀ ਨਹੀਂ ਬਲਕਿ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਵਾਤਾਵਰਨ ਨੂੰ ਸਾਫ਼ ਤੇ ਸੁਰੱਖਿਅਤ ਰੱਖੇ। ਸਾਨੂੰ ਆਪਣੇ ਆਪ ਨੂੰ ਸਾਂਝੇਦਾਰ ਸਮਝਣਾ ਚਾਹੀਦਾ ਹੈ ਅਤੇ ਕੁਦਰਤੀ ਵਾਤਾਵਰਨ ਪ੍ਰਤੀ ਬੇਹੱਦ ਜ਼ਿੰਮੇਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਹ ਸਮਾਜ ਜਿਹੜਾ ਸੁਹਿਰਦਤਾ, ਸਮਾਨ ਨਿਸ਼ਠਤਾ, ਦਿਆਲਤਾ, ਆਨੰਦ ਅਤੇ ਸਵੈ ਕੰਟਰੋਲ ਦੀਆਂ ਚੰਗੀਆਂ ਸਮਾਜਿਕ ਅਤੇ ਸੱਭਿਆਚਾਰਕ ਸਦਾਚਾਰ ਕਦਰਾਂ ਕੀਮਤਾਂ ਦੇ ਉੱਪਰ ਉਸਰਿਆ ਹੋਵੇ, ਉਹ ਸਾਨੂੰ ਖੁਸ਼ੀ ਤੇ ਤ੍ਰਿਪਤੀ ਪ੍ਰਦਾਨ ਕਰਦਾ ਹੈ। ਸੋ ਇਹ ਸੀਗਾ ਬੱਚੋ ਸਾਡੇ ਚੈਪਟਰ ਦੇ ਪਾਰਟਸ। ਤਾਂ ਹੁਣ ਜਿਹੜੇ ਮੈਂ ਕੁਐਸਚਨਸ ਤੁਹਾਨੂੰ ਨਾਲ ਦੱਸਦੀ ਰਹੀ ਹਾਂ, ਤਾਂ ਉਹ ਕੁਐਸਚਨਸ ਜਿਹੜੇ ਥੋੜ੍ਹੇ ਜਿਹੇ ਦੇਖ ਲੈਂਦੇ ਆਪਾਂ। ਦੇਖੋ, ਸੋ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ ਇੱਕ ਅੰਕ ਦੇ ਹੈ। ਉਹ 'ਚ ਸਭ ਤੋਂ ਪਹਿਲਾ ਹੈ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ। ਦੂਸਰਾ ਪ੍ਰਸ਼ਨ ਹੈ ਛੂਤ ਰੋਗਾਂ ਦੇ ਫੈਲਾਅ ਦੇ ਲਈ ਜ਼ਿੰਮੇਦਾਰ 2 ਕਾਰਨ ਦੱਸੋ। ਠੀਕ ਹੈ, ਛੂਤ ਰੋਗਾਂ ਦੇ ਫੈਲਾਅ ਦੇ ਲਈ ਸੋ 2 ਜਿਹੜੇ ਕਾਰਨ ਜ਼ਿੰਮੇਦਾਰ ਕਾਰਨ ਜਿਹੜੇ ਆ ਉਹ ਦੱਸਣੇ ਆ। ਕੀ ਹੋ ਸਕਦੇ ਬੱਚੋ ਛੂਤ ਦੇ ਰੋਗਾਂ ਦੇ ਫੈਲਾਅ ਦੇ ਲਈ? ਬੇਰੁਜ਼ਗਾਰੀ ਦਾ ਮੁੱਖ ਕਾਰਨ ਕੀ ਹੈ? ਗਰੀਬੀ। ਠੀਕ ਹੈ ਨਾ। ਉਹ ਅੰਤਰਰਾਸ਼ਟਰੀ ਸੰਸਥਾ ਦਾ ਨਾਮ ਦੱਸੋ ਜਿਹੜੀ ਬਾਲ ਮਜ਼ਦੂਰੀ ਅਤੇ ਹੋਰ ਮਜ਼ਦੂਰੀ ਸਰਗਰਮੀਆਂ ਦੇ ਉੱਪਰ ਨਿਗਾਹ ਰੱਖਦੀ ਹੈ। ਠੀਕ ਹੈ, ਇਹ ਸਾਰੇ ਆਪਾਂ ਪੜ੍ਹ ਲਏ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ 2 ਅੰਕਾਂ ਵਾਲੇ, ਸਿਹਤ ਤੋਂ ਤੁਸੀਂ ਕੀ ਸਮਝਦੇ ਹੋ? ਅਮੀਰੀ ਕੀ ਹੈ? ਗਰੀਬੀ ਦੇ ਮੁੱਖ ਕਾਰਨ ਕੀ ਹਨ? ਆਧੁਨਿਕ ਖੇਤੀ ਰਵਾਇਤੀ ਖੇਤੀ ਤੋਂ ਕਿਵੇਂ ਭਿੰਨ ਹੈ? ਖੇਤੀ ਵਪਾਰ ਕਿਸ ਨੂੰ ਆਖਦੇ ਹਨ? ਆਰਥਿਕ ਵਿਕਾਸ ਸਮਾਜਿਕ ਵਿਕਾਸ ਤੋਂ ਕਿਵੇਂ ਵੱਖਰਾ ਹੈ? ਤਾਂ ਇਹ ਤੁਸੀਂ ਥੋੜਾ ਪੈਰਾਗ੍ਰਾਫ ਬਣਾ ਕੇ ਵੀ ਲਿਖ ਸਕਦੇ ਹੋ, ਲਾਈਨ ਲਗਾ ਕੇ ਵੀ ਵਿੱਚ ਸੈਂਟਰ ਦੇ ਵਿੱਚ ਸੋ ਡਿਫਰੈਂਸ ਦੇ ਫਾਰਮ 'ਚ ਲਿਖ ਸਕਦੇ ਹੋ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ 3 ਨੰਬਰ ਦੇ ਹੈ, ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ ਕਿਵੇਂ ਪ੍ਰਭਾਵਿਤ ਕਰਦੀ ਹੈ? ਮੈਂ ਤੁਹਾਨੂੰ ਦੱਸਿਆ ਸੀਗਾ। ਵਿਕਾਸ ਦੇ ਵਿੱਚ ਸਿੱਖਿਆ ਦੀ ਭੂਮਿਕਾ ਦੇ ਉੱਪਰ ਇੱਕ ਨੋਟ ਲਿਖਣਾ ਹੈ। ਸਾਡੀਆਂ ਸੱਭਿਆਚਾਰਕ ਸਮਾਜਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਦੇ ਵਿੱਚ ਕੀ ਵਿਗਾੜ ਆ ਚੁੱਕਾ ਹੈ, ਆਪਾਂ ਹੁਣੇ ਪੜ੍ਹਿਆ। ਏਡਜ਼ ਦੇ ਉੱਪਰ ਇੱਕ ਨੋਟ ਲਿਖਣਾ ਤੁਸੀਂ। ਉਹਨਾਂ ਕਾਰਕਾਂ ਦਾ ਸੰਖੇਪ ਵੇਰਵਾ ਦਿਓ ਜਿਨ੍ਹਾਂ ਕਾਰਨ ਹਰੀ ਕ੍ਰਾਂਤੀ ਆਈ ਸੀ। ਇਹ ਸੀਗੇ ਤੁਹਾਡੇ 5 ਕੁਐਸਚਨ 3-3 ਨੰਬਰ ਦੇ। ਹੁਣ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ 5 ਨੰਬਰ ਦੇ ਹੈ। ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਦੇ ਵਜੋਂ ਬਾਲ ਵਿਆਹ ਤੇ ਬਾਲ ਮਜ਼ਦੂਰੀ ਦੀ ਚਰਚਾ ਕਰਨੀ ਹੈ ਤੁਸੀਂ। ਸੋ ਐਸ ਸੱਚ ਟੌਪਿਕ ਦਿੱਤੇ ਹੋਏ ਆ, ਤੁਸੀਂ ਉਹ ਲਿਖ ਲੈਣਾ। ਵਿਆਖਿਆ ਕਰੋ ਕਿ ਕਿਵੇਂ ਖੇਤੀਬਾੜੀ ਅਤੇ ਉਦਯੋਗ ਵਿਕਾਸ ਦੇ 2 ਮੁੱਖ ਖੇਤਰ ਹਨ। ਇਹ ਵੀ ਪੜ੍ਹ ਲਿਆ ਆਪਾਂ। ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ? ਸੋ ਇਹ ਸੀਗਾ ਸਾਡਾ ਚੈਪਟਰ ਬੱਚੋ, ਚੌਥਾ ਚੈਪਟਰ। ਅਗਲਾ ਚੈਪਟਰ ਆਪਾਂ 5ਵਾਂ ਪੜਾਂਗੇ, ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ। ਠੀਕ ਹੈ ਜੀ।
ਸੋ ਹੋਪ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਆਪਾਂ NCERT ਦੀ ਬੁੱਕ ਦੀ ਇੱਕ ਲਾਈਨ ਜਿਹੜੀ ਆ ਉਹ ਪੜ੍ਹ ਕੇ ਜਿਹੜੀ ਉਹ ਕਰ ਲਈ, ਸਮਝ ਲਈ ਚੰਗੀ ਤਰ੍ਹਾਂ। ਤਾਂ ਹੁਣ ਇਸ ਦੇ ਕੁਐਸਚਨ ਆਨਸਰਸ ਨੂੰ ਤੁਸੀਂ ਆਪਣੇ ਲਿਖ ਲੈਣਾ ਆਪਣੀ ਕਾਪੀ ਦੇ ਵਿੱਚ। ਸੋ ਥੈਂਕ ਯੂ ਸਟੂਡੈਂਟਸ, please subscribe my channel and like and share the video. Thanks again.